ਸਤਿ ਸ਼੍ਰੀ ਅਕਾਲ ਜੀ। ਮੈਂ ਕਮਲਜੀਤ ਕੌਰ ਜੁਨੇਜਾ ਆਪਣੀ ਕਹਾਣੀ ਪਾਸਪੋਰਟ ਲੈ ਕੇ ਹਾਜ਼ਰ ਹੋਈ ਹਾਂ। ਆਪ ਨੂੰ ਅੱਛੀ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਹੋ ਸਕੇ ਤਾਂ ਕਮੈਂਟਸ ਦੇ ਕੇ ਹੱਲਾਸ਼ੇਰੀ ਦੇਣਾ। ਕਹਾਣੀ ਪੇਸ਼ ਹੈ ਪਾਸਪੋਰਟ। ਸਵੇਰ ਦਾ ਗੁਣਹੀਰ ਬਹੁਤ ਖੁਸ਼ ਸੀ, ਹੁੰਦਾ ਵੀ ਕਿਵੇਂ ਨਾ। 6 ਮਹੀਨੇ ਤੋਂ ਵਿਅਸਤ ਸੀ ਪਾਸਪੋਰਟ ਬਣਵਾਉਣ ਦੇ ਲਈ। ਪਤਾ ਨਹੀਂ ਕਿੰਨੀਆਂ ਤਾਂ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਸਨ। ਦਿਨ ਰਾਤ ਇੱਕ ਕਰ ਮਾਰਿਆ ਸੀ, ਕਦੇ ਕਿਤੇ। ਦਲਬੀਰ ਕੌਰ ਸਮਝਾ ਕੇ ਥੱਕ ਗਈ ਸੀ। ਕਾਕਾ, ਬਾਹਰ ਕੁਝ ਨਹੀਂ ਪਿਆ। ਘਰ ਵਿੱਚ 100 ਸੁੱਖ 100 ਦੁੱਖ, ਬਾਪ ਸਿਰ 'ਤੇ ਨਹੀਂ। ਵੱਡੀ ਭੈਣ ਵੀ ਵਿਆਹਣ ਜੋਗੀ ਹੋਈ ਪਈ ਹੈ, ਛੋਟੀ ਵੀ ਅਜੇ ਪੜ੍ਹ ਰਹੀ ਹੈ। ਉਹਦੀ ਆਪਣੀ ਸਿਹਤ ਵੀ ਬਸ। ਗੁਣਹੀਰ ਨੇ ਇੱਕ ਟੁਕ ਜਵਾਬ ਦਿੱਤਾ ਸੀ, ਮਾਂ ਤੂੰ ਵੀ ਬੇਤੁਕੀਆਂ ਗੱਲਾਂ ਕਰਦੀ ਏ। ਭੈਣ ਦਾ ਸੋਹਣਾ ਵਿਆਹ ਹੋ ਜੂ, ਛੋਟੀ ਚੰਗੀ ਪੜ੍ਹਾਈ ਕਰ ਲੂ। ਪੈਸੇ ਦਾ ਕੰਮ ਤਾਂ ਪੈਸੇ ਨੇ ਹੀ ਕਰਨਾ ਹੈ। ਮੇਰੇ ਕਿੰਨੇ ਦੋਸਤ ਗਏ ਨੇ, ਉਹਨਾਂ ਦੀਆਂ ਮਾਵਾਂ ਉਹਨਾਂ ਤਾਂ ਨਹੀਂ ਲੱਗਦੀਆਂ ਅਜਿਹੀਆਂ ਗੱਲਾਂ ਕਰਦੀਆਂ ਹੋਣ। ਦਲਬੀਰ ਕੌਰ ਕੁਝ ਨਾ ਕਹਿ ਸਕੀ, ਬਸ ਅੱਖਾਂ ਵਿੱਚ ਗਲੇਡੂ ਭਰ ਨਾਲ ਦੇ ਕਮਰੇ ਵਿੱਚ ਸੌਣ ਚਲੀ ਗਈ। ਨੀਂਦ ਦਾ ਪਤਾ ਨਹੀਂ ਕਿਹੜੇ ਖੂੰਜੇ 'ਚ ਆ ਪਈ। ਮਨ ਨੂੰ ਸਮਝਾਉਣ ਵਿੱਚ ਵੀ ਸਫਲ ਨਹੀਂ ਸੀ ਹੋ ਰਹੀ। ਔਖੀ ਸੌਖੀ ਹੋ ਕੇ ਉਹ ਧੀ ਦੇ ਕਮਰੇ ਵਿੱਚ ਉੱਠ ਕੇ ਗਈ। ਜਦ ਉਹਨੂੰ ਕਿਤਾਬਾਂ ਵਿੱਚ ਗੁੰਮਸੁੰਮ ਬੈਠੀ ਵੇਖਿਆ, ਜਿਵੇਂ ਪਰਤਣ ਲੱਗੀ ਕਿ ਉਹਦੀ ਨਿਗਾਹ ਮਾਂ 'ਤੇ ਪਈ ਤੇ ਬੋਲੀ, ਮਾਂ ਠੀਕ ਏ, ਤੂੰ 1:30 ਵੱਜ ਗਿਆ, ਸੁੱਤੀ ਨਹੀਂ। ਮਾਂ ਨੇ ਠੰਡਾ ਸਾਹ ਭਰਿਆ ਤੇ ਪੁਨੀਤੀ ਨੂੰ ਗਲ ਨਾਲ ਲਾ ਲਿਆ। ਧੀਏ, ਤੂੰ ਤਾਂ ਬਾਹਰ ਨਹੀਂ ਤੁਰ ਜਾਏਗੀ ਨਾ। ਪੁਨੀਤੀ ਦੀਆਂ ਅੱਖਾਂ ਭਰ ਆਈਆਂ ਤੇ ਮਾਂ ਦੀ ਤਰ੍ਹਾਂ ਮਾਂ ਦਾ ਮੂੰਹ ਚੁੰਮਣ ਲੱਗੀ। ਮਾਂ, ਮੇਰੇ ਤੋਂ ਵੱਧ ਤੈਨੂੰ ਕੋਈ ਨਹੀਂ ਸਮਝ ਸਕਦਾ। ਤੇਰੀ ਪੀੜਾ ਮੈਂ ਮਹਿਸੂਸ ਕਰ ਰਹੀ ਹਾਂ। ਤੈਨੂੰ ਲੱਗਦਾ ਤੂੰ ਇਕੱਲੀ ਰਹਿ ਜਾਵੇਂਗੀ। ਮਾਂ, ਹੁਣ ਵੀ ਤਾਂ ਤੂੰ ਇਕੱਲੀ ਹੈ। ਤੇਰੇ ਕੋਲ ਤੇਰੇ ਲਾਗੇ ਬਹਿਣ ਦਾ 5 ਮਿੰਟ ਦਾ ਵਕਤ ਨਹੀਂ ਵੀਰ ਕੋਲ। ਮੈਂ ਆਪਣੀ ਪੜ੍ਹਨ 'ਚ ਮਸ਼ਰੂਫ ਹੋ ਜਾਂਦੀ ਹਾਂ, ਪਰ ਮੇਰੇ ਕੋਲ ਵਕਤ ਹੈ ਤੈਨੂੰ ਸੁਣਨ ਦਾ, ਤੈਨੂੰ ਪੜ੍ਹਨ ਦਾ। ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਪੁਨੀਤੀ ਨੇ ਮਾਂ ਦੀ ਚੁੰਨੀ ਨਾਲ ਦੇ ਲੜ ਨਾਲ ਹੀ ਉਸ ਦੀਆਂ ਅੱਖਾਂ ਪੂੰਝੀਆਂ ਤੇ ਰਸੋਈ 'ਚੋਂ ਪਾਣੀ ਲੈਣ ਤੁਰ ਪਈ। ਪਾਣੀ ਦੇ ਗਲਾਸ 'ਚੋਂ ਥੋੜ੍ਹਾ ਜਿਹਾ ਬੁੱਕ ਪਾਣੀ ਦਾ ਲੈ ਮਾਂ ਦੀਆਂ ਅੱਖਾਂ ਪੂੰਝੀਆਂ ਤੇ ਫਿਰ ਪਾਣੀ ਪਿਲਾਇਆ। ਮਾਂ ਨੂੰ ਲੱਗਣ ਲੱਗਾ ਜਿਵੇਂ ਪੁਨੀਤੀ ਵੱਡਾ ਰੁੱਖ ਬਣ ਗਈ ਹੋਵੇ। ਠੰਡ ਵੀ ਜੰਮ ਕੇ ਪੈ ਰਹੀ ਸੀ। ਘੜੀ 'ਤੇ 2 ਵੱਜ ਗਏ। ਛੋਟੀ ਧੀ ਨਾਲ ਦੇ ਕਮਰੇ 'ਚ ਸੁੱਤੀ ਪਈ ਸੀ। ਪੁਨੀਤੀ ਨੇ ਮਾਂ ਨੂੰ ਗਲ ਨਾਲ ਲਾ ਲਿਆ ਤੇ ਜਿਸ ਰਜਾਈ 'ਚ ਬੈਠੀ ਸੀ, ਮਾਂ ਦੀਆਂ ਲੱਤਾਂ ਉੱਤੇ ਚੁੱਕ ਕੇ ਵਿੱਚ ਬਿਠਾ ਦਿੱਤਾ। ਮਾਂ ਨੂੰ ਲੱਗ ਰਿਹਾ ਸੀ ਜਿਵੇਂ ਉਹਦੀ ਮਾਂ ਜ਼ਿੰਦਾ ਹੋਵੇ। ਪੁਨੀਤੀ ਕਹਿਣ ਲੱਗੀ, ਮਾਂ ਬਾਥਰੂਮ ਜਾ ਕੇ ਆ ਰਹੀ ਏ। ਥੋੜ੍ਹੀ ਦੇਰ ਤਾਈਂ ਪੁਨੀਤੀ ਟਰੇ 'ਚ ਚਾਹ ਦੇ 2 ਕੱਪ ਤੇ ਪਲੇਟ ਵਿੱਚ ਕੁਝ ਬਿਸਕੁਟ ਰੱਖੀ ਮਾਂ ਕੋਲ ਆ ਕੇ ਬਹਿ ਗਈ। ਮਾਂ ਹੈਰਾਨ ਪਰੇਸ਼ਾਨ ਹੋ ਕਹਿਣ ਲੱਗੀ, ਤੂੰ ਤਾਂ ਬਾਥਰੂਮ ਗਈ ਸੀ। ਮਾਂ, ਮੈਂ ਤੇਰੀ ਧੀ ਹਾਂ। ਤੂੰ ਜਿਵੇਂ ਮੇਰੇ ਕਮਰੇ 'ਚ ਆਈ ਏ, ਕੁਝ ਖਾਧਾ ਪੀਤਾ ਹੋਣਾ ਹੀ ਨਹੀਂ। ਹੰਝੂਆਂ ਨਾਲ ਢਿੱਡ ਥੋੜ੍ਹਾ ਭਰ ਜਾਂਦਾ। ਨਾਲੇ ਰਸੋਈ ਵਿੱਚ ਰੋਟੀ ਤਾਂ ਪੌਣੇ 'ਚ ਲਪੇਟੀ ਪਈ ਏ। ਚੱਲ ਰਲ ਕੇ ਚਾਹ ਪੀਏ। ਦੋਹਾਂ ਨੇ ਗਰਮ ਚਾਹ ਪੀਤੀ ਤੇ ਦਲਬੀਰ ਕੌਰ ਨੂੰ ਲੱਗਣ ਲੱਗਿਆ ਜਿਵੇਂ ਉਹਦਾ ਦੁੱਖ ਸਿਰ ਤੋਂ ਪੈਣਾ ਥਣੀ ਆ ਕੇ ਕਿਤੇ ਦਾ ਕਿਤੇ ਉੱਡ ਗਿਆ ਹੋਵੇ। ਮਾਵਾਂ ਧੀਆਂ ਸਵਾਂਦੀ ਪੁਆਂਦੀ ਗੱਲਾਂ ਕਰਦੀਆਂ ਰਹੀਆਂ ਤੇ ਗੱਲਾਂ ਕਰਦੇ ਸੌਂ ਗਈਆਂ। ਸਵੇਰੇ 8 ਵਜੇ ਉਹਨਾਂ ਦੀ ਜਾਗ ਖੁੱਲ੍ਹੀ ਤੇ ਹੋਰ ਵੀ ਰਾਹਤ ਮਿਲ ਗਈ। ਐਤਵਾਰ ਸੀ। ਦਲਬੀਰ ਨੂੰ ਕਿੰਨੇ ਦਿਨਾਂ ਬਾਅਦ ਨੀਂਦ ਆਈ ਸੀ। ਸਵੇਰ ਤੋਂ ਲੈ ਕੇ ਰਾਤ ਤੱਕ ਗੁਣਹੀਰ ਦੇ ਦੋਸਤਾਂ ਦਾ ਆਉਣਾ ਜਾਣਾ ਲੱਗਾ ਰਿਹਾ। ਵੀਜ਼ਾ ਲੱਗ ਗਿਆ ਸੀ ਤੇ ਬੁੱਧਵਾਰ ਦੀ ਸਵੇਰੇ ਦਿੱਲੀ ਤੋਂ ਫਲਾਈਟ ਸੀ। ਸਾਰੀ ਦਿਹਾੜੀ ਦਲਬੀਰ ਕੌਰ ਚਾਹ ਪੀਣ ਪਾਣੀ 'ਚ ਲੱਗੀ ਰਹੀ। 2 ਦੋਸਤਾਂ ਆਪਣੀਆਂ ਘਰਵਾਲੀਆਂ ਨੂੰ ਵੀ ਨਾਲ ਲਿਆਏ ਤੇ ਦੁਪਹਿਰ ਦੇ
ਖਾਣੇ 'ਚ ਕੁੜੀਆਂ ਦੀ ਪੜ੍ਹਾਈ ਛੁਡਾ ਕੇ ਉੱਤੋਂ ਪੇਪਰ ਹੁੰਦੇ ਹੋਏ ਵੀ ਦਲਬੀਰ ਕੌਰ ਨੂੰ ਕੰਮ 'ਤੇ ਲਾਉਣਾ ਪਿਆ। ਰਾਤੀ ਦਲਬੀਰ ਕੌਰ ਥੱਕ ਟੁੱਟ ਚੁੱਕੀ ਸੀ ਤੇ ਗੁਣਹੀਰ ਵੀ ਰਾਤੀ 9 ਵਜੇ ਘਰ ਵੜਿਆ। ਦਲਬੀਰ ਕੌਰ ਨੇ ਰੋਟੀ ਪੁੱਛੀ ਤਾਂ ਕਹਿਣ ਲੱਗਾ ਉਹਦਾ ਖਾਣਾ ਕਿਸੇ ਦੋਸਤ ਦੇ ਘਰ ਸੀ ਤੇ ਕੱਲ੍ਹ ਤਾਂ ਉਹ ਬਹੁਤ ਲੇਟ ਆਵੇਗਾ ਕਿਉਂਕਿ ਉਹਦੇ ਦੋਸਤਾਂ ਨੇ ਪਾਰਟੀ ਅਰੇਂਜ ਕੀਤੀ ਹੋਈ ਹੈ। ਤੇ ਉਹ ਇਹ ਕਹਿ ਕੇ ਆਪਣੇ ਕਮਰੇ 'ਚ ਚਲਾ ਗਿਆ। ਦਲਬੀਰ ਕੌਰ ਥੱਕੀ ਹੋਈ ਤਾਂ ਸੀ ਪਰ ਮਨ ਦੀ ਥਕਾਵਟ ਤਾਂ ਪੁਨੀਤੀ ਨੇ ਦੂਰ ਕਰ ਦਿੱਤੀ ਸੀ। ਥੋੜ੍ਹੀ ਦੇਰ ਖੰਘ ਆਈ ਤੇ ਉਹ ਦਵਾਈ ਲੈ ਕੇ ਸੌਂ ਗਈ। 2 ਦਿਨ ਰਹਿ ਗਏ ਸੀ ਗੁਣਹੀਰ ਨੂੰ ਜਾਣ ਲਈ। 2 ਦਿਨ ਤਾਂ ਉਹ ਘਰ ਆਇਆ ਨਾ ਆਇਆ ਇੱਕੋ ਜਿਹਾ। ਮੰਗਲਵਾਰ ਸ਼ਾਮ ਨੂੰ ਉਹ ਸਮਾਨ ਦੀ ਪੈਕਿੰਗ ਕਰ ਰਿਹਾ ਸੀ। ਉਹਨੂੰ ਹਲਵੇ ਦੀ ਖੁਸ਼ਬੂ ਆਈ। ਪੈਕਿੰਗ ਵਿੱਚ ਛੱਡ ਕੇ ਉਹ ਰਸੋਈ ਵਿੱਚ ਗਿਆ। ਮਾਂ ਪਿੰਨੀਆਂ ਵਾਲਾ ਡੱਬਾ ਬੰਦ ਕਰ ਰਹੀ ਤੇ ਨਾਲ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ। ਉਹਨੇ ਗੁਣਹੀਰ ਨੂੰ ਨਹੀਂ ਸੀ ਵੇਖਿਆ। ਗੁਣਹੀਰ ਦੀਆਂ ਆਪਣੀਆਂ ਅੱਖਾਂ ਸੇਜਲ ਹੋ ਗਈਆਂ ਤੇ ਉਹਨੇ ਪਿੱਠ ਵੱਲੋਂ ਮਾਂ ਨੂੰ ਗਲਵੱਕੜੀ ਪਾ ਲਈ ਤੇ ਕਹਿਣ ਲੱਗਾ, ਮਾਂ ਮੇਰਾ ਮਨ ਹੌਲਾ ਨਾ ਕਰ। ਕਿੰਨੀਆਂ ਸਵਾਦ ਪਿੰਨੀਆਂ ਬਣਾਈਆਂ ਨੇ, ਖੁਸ਼ਬੂ ਤਾਂ ਪੂਰੇ ਮੁਹੱਲੇ ਜਾ ਰਹੀ ਹੋਣੀ ਹੈ। ਮਾਂ ਨੇ ਇੱਕ ਪਿੰਨੀ ਕੱਢ ਗੁਣਹੀਰ ਦੇ ਮੂੰਹ 'ਚ ਪਾਈ ਤੇ ਉਹਦਾ ਮੱਥਾ ਚੁੰਮ ਲਿਆ। ਗੁਣਹੀਰ ਡੱਬਾ ਲੈ ਗਿਆ ਤੇ ਫਿਰ ਪੈਕਿੰਗ ਸ਼ੁਰੂ ਕਰ ਦਿੱਤੀ। ਮਰਾਂ ਰਸੋਈ ਸਾਂਭਣ ਲੱਗ ਪਈ। ਰਾਤੀ ਕੋਈ 11 ਵਜੇ ਗੁਣਹੀਰ ਮਾਂ ਦੇ ਕਮਰੇ 'ਚ ਆਇਆ। ਉਦਾਸ ਮਾਂ ਨੇ ਇਹੀ ਕਿਹਾ, ਜਾ ਪੁੱਤਰਾ ਤੂੰ ਸੋ ਜਾ, ਸਵੇਰੇ ਸਵੇਰੇ ਉੱਠਣਾ ਵੀ ਏ। ਗੁਣਹੀਰ ਆਪਣੀਆਂ ਛੋਟੀਆਂ ਭੈਣਾਂ ਦੇ ਕਮਰੇ 'ਚ ਵੀ ਗਿਆ। ਉਹ ਵੀ ਉਦਾਸ ਸਨ ਪਰ ਸ਼ਾਇਦ ਮਾਂ ਨੇ ਸਮਝਾ ਰੱਖਿਆ ਸੀ। ਕਹਿਣ ਲੱਗੀਆਂ, ਅਸੀਂ ਤੇਰੇ ਕੋਲ ਆਵਾਂਗੀਆਂ ਕਿ ਤੂੰ ਆਵੇਂਗਾ। ਤੇ ਗੁਣਹੀਰ ਨੇ ਦੋਹਾਂ ਨੂੰ ਬਾਹਾਂ 'ਚ ਘੁੱਟ ਲਿਆ ਤੇ ਕਿਹਾ, ਮੈਂ ਆਪ ਆਵਾਂਗਾ, ਤੁਹਾਡੇ ਵਿਆਹ 'ਚ ਆਵਾਂਗਾ। ਤੇ ਉਹ ਸ਼ਰਮਾ ਗਈਆਂ ਤੇ ਗੁਣਹੀਰ ਗੁੱਡ ਨਾਈਟ ਕਹਿ ਕੇ ਆਪਣੇ ਕਮਰੇ 'ਚ ਚਲਾ ਗਿਆ। ਸੁਪਨਿਆਂ ਦੇ ਮਹਿਲ ਬਣਾਉਂਦਿਆਂ ਢਾਂਦਿਆਂ ਰਾਤ ਲੰਘ ਗਈ। ਮਾਂ ਦੀ ਖੰਘਣ ਦੀ ਆਵਾਜ਼ ਨੇ ਉਹਨੂੰ ਸੌਣ ਨਾ ਦਿੱਤਾ। ਕਦੇ ਸੋਚੇ ਖੰਘ ਤਾਂ ਰੋਜ਼ ਹੀ ਆਉਂਦੀ ਹੈ, ਉਹਨੇ ਸਵੇਰੇ ਜਾਣਾ ਵੀ ਤਾਂ ਹੈ, ਦਵਾਈ ਅੱਗੇ ਵੀ ਤਾਂ ਆਪ ਹੀ ਲੈ ਲੈਂਦੀ ਹੈ। 4 ਵੱਜ ਗਏ ਸੀ। ਗੁਣਹੀਰ ਇਹ ਸੋਚ ਕੇ ਸੌਂ ਗਿਆ। ਰਾਤ ਨੂੰ ਗੁਣਹੀਰ ਨੂੰ ਥੋੜ੍ਹੀ ਜਿਹੀ ਖੰਘ ਆਈ ਤਾਂ ਦਲਬੀਰ ਕੌਰ ਆਪਣੀਆਂ ਦਵਾਈਆਂ ਦਾ ਲਿਫਾਫਾ ਤੇ ਖੰਘ ਦਾ ਸਿਰਪ ਲੈ ਕੇ ਗੁਣਹੀਰ ਦੇ ਕਮਰੇ 'ਚ ਪਹੁੰਚੀ ਤੇ ਸਿਰਪ ਦਾ ਇੱਕ ਚਮਚਾ ਗੁਣਹੀਰ ਨੂੰ ਨਿੱਕੇ ਬੱਚੇ ਦੀ ਤਰ੍ਹਾਂ ਉਠਾ ਕੇ ਮੂੰਹ ਵਿੱਚ ਪਾਇਆ ਤੇ ਪਿੱਠ ਮਲਣ ਲੱਗ ਪਈ। ਗੁਣਹੀਰ ਨੂੰ ਬਹੁਤ ਰਾਹਤ ਮਿਲੀ। ਗੁਣਹੀਰ ਦੇ ਕਹਿਣ 'ਤੇ ਦਲਬੀਰ ਕੌਰ ਨਾਲ ਦੇ ਕਮਰੇ ਸੌਣ ਚਲੀ ਗਈ। ਲਿਫਾਫੇ ਵਿੱਚੋਂ ਹਸਪਤਾਲ ਦੀ ਪਰਚੀ ਉੱਥੇ ਹੀ ਗਿਰ ਗਈ। ਗੁਣਹੀਰ ਨੇ ਸੋਚਿਆ ਮਾਂ ਨੂੰ ਸਵੇਰੇ ਫੜਾ ਦੇਵੇਗਾ ਤੇ ਉਹ ਹੈਰਾਨ ਰਹਿ ਗਿਆ ਜਦ ਪਰਚੀ ਪੜ੍ਹੀ। ਮਾਂ ਨੂੰ ਟੀਬੀ ਸੀ ਤੇ ਬੁਖਾਰ ਵੀ 100 ਤੋਂ 102 ਡਿਗਰੀ ਰਹਿੰਦਾ ਸੀ। ਉਹਨੂੰ ਆਪਣੇ ਆਪ ਤੋਂ ਗਲਿਆਉਣ ਆਉਣ ਲੱਗੀ। ਉਹ ਮਾੜਾ ਜਿਹਾ ਖੰਘਿਆ ਤਾਂ ਮਾਂ ਮਮਤਾ ਦਾ ਰੁੱਖ ਭਰੀ ਪਿੱਠ ਪਲੋਸਦੀ ਰਹੀ ਤੇ ਆਪ ਕਿੰਨਾ ਮਾਂ ਦਰਦ ਸਹਿ ਰਹੀ ਹੈ। ਇਹ ਕਿਸ ਮਿੱਟੀ ਦੀ ਬਣੀ ਹੈ। ਮੇਰੇ ਵਿਦੇਸ਼ ਜਾਣ ਤੋਂ ਬਾਅਦ ਜੇ ਮਾਂ ਮੇਰੀਆਂ ਭੈਣਾਂ, ਕੀ ਇਹੋ ਜਿਹੀ ਮਾਂ ਵਿਦੇਸ਼ ਵਿੱਚ ਹੋਵੇਗੀ? ਕੋਈ ਪਿੰਨੀਆਂ ਬਣਾ ਕੇ ਦੇ ਦਿਓ। ਇਹ ਦੋਸਤ ਯਾਰ ਸਭ ਸੁੱਖ ਦੇ ਸਾਥੀ, ਕਿਸੇ ਨੇ ਮੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੀ ਨਹੀਂ ਕਰਵਾਇਆ। ਮਾਂ ਨੇ ਸਾਰੀ ਉਮਰ ਕੀ ਖੱਟਿਆ, ਸਾਡੀ ਸੇਵਾ ਹੀ ਕਰਦੀ ਰਹੀ। ਰਿਸ਼ਤੇਦਾਰ ਤਾਂ ਪਾਪਾ ਦੇ ਜਿਉਂਦੇ ਹੀ ਸੀ, ਮੁੜ ਕੇ ਕਿਸੇ ਖਬਰ ਨਾ ਲਈ। ਕੁਝ ਕਹਿੰਦੀਆਂ ਕੰਨ ਵਲੇਟ ਇੱਧਰ ਉੱਧਰ ਤੁਰ ਪੈਂਦਾ। ਖਿਆਲਾਂ ਦੇ ਵਿੱਚ ਹੀ ਉਹ ਸੌਂ ਗਿਆ ਤੇ ਸਵੇਰੇ 6 ਵਜੇ ਉੱਠਿਆ। ਮਨ ਬੜਾ ਉਦਾਸ ਸੀ। ਉਹ ਚੱਪਲ ਪਾ ਕੇ ਬਾਥਰੂਮ ਲਈ ਬਾਹਰ ਨਿਕਲਿਆ। ਮਾਂ ਦੇ ਕਮਰੇ ਦੀ ਬੱਤੀ ਜਗ ਰਹੀ ਸੀ ਤੇ ਦਰਵਾਜ਼ਾ ਖੁੱਲ੍ਹਾ ਸੀ। ਮਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਅੱਗੇ ਖੜ੍ਹੀ ਅਰਦਾਸ ਕਰ ਰਹੀ ਸੀ। ਗੁਣਹੀਰ ਪਿੱਛੇ ਖੜ੍ਹ ਗਿਆ। ਸੱਚੇ ਪਾਤਸ਼ਾਹ ਮੇਰੇ ਗੁਣਹੀਰ ਨੂੰ ਸੁਖੀ ਰੱਖੀ, ਅੰਗ ਸੰਗ ਸਹਾਈ ਰਹੀ। ਤੇ ਜਿਵੇਂ ਉਹ ਮੱਥਾ ਟੇਕ ਵਾਪਸ ਪਰਤੀ ਤਾਂ ਗੁਣਹੀਰ ਨੂੰ ਦੇਖ ਕੁਝ ਕਹਿਣ ਹੀ ਲੱਗੀ ਕਿ ਉਸਨੇ ਪਜਾਮੇ ਦੀ ਜੇਬ 'ਚੋਂ ਪਾਸਪੋਰਟ ਕੱਢ ਕੇ ਟੁਕੜੇ ਟੁਕੜੇ ਕਰ ਦਿੱਤੇ ਤੇ ਬੋਲਿਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਮਾਂ, ਮੈਂ ਵਿਦੇਸ਼ੋਂ ਪਰਤ ਆਇਆ। ਮਾਂ ਸੱਚੀ ਮੁੱਚੀ ਪਰਤ ਆਇਆ। ਬਹੁਤ ਬਹੁਤ ਸ਼ੁਕਰੀਆ ਜੀ।